ना उत्थे दे ठेकेदार नूं बख्शिया जाना है, ना जिहड़ा अफसर उस काम नूं करवा रहा वो स्पेयर किया जाएगा। किसी जगह ते कोई अप्रोच गिनी नहीं जानी। सब तो वड्डी अप्रोच जनता की अप्रोच है। जनता का पैसा जनता लई लगना है, वो एक एक पैसा बड़े ट्रांसपेरेंट तरीके नाल लगेगा। मैं मौके पर पहुंचा तो जाके देखा कि वो गटका तो पाया ही नहीं, वो उपर मिट्टी के उपर लुक पा रहे हैं। मैं उन्होंने रोकया सुपरवाइजर नूं, पर वो मैनूं अगों समझाउण लग पिया। मैं मंत्री साहब की नॉलेज च लियांदी क्योंकि मैं खुद बाय प्रोफैशन मेरी इंजीनियरिंग की हुई है। तो मैं कहा भी ये गलत है, तो फिर मंत्री साहब ने कहा कि इनू तुरंत पट दिता जाए। जिहड़ा इन्हां दा सुपरवाइजर है कारपोरेशन का, वो इत्थे सीगे। सिर्फ कल का दिन ही उन्होंने ड्यूटी बाहर लगी और कल ही इन्होंने आ कुछ करना शुरू कर दिता। जेकर दोबारा मैनू काम च नुक्स आया तो मैं दोबारा पट्टा। ਅੱਜ ਅਸੀਂ ਵਾਰਡ ਨੰਬਰ 68 'ਚ ਖੜੇ ਹਾਂ। ਇਹ ਏਰੀਆ ਹੈਗਾ ਕੋਛਰ ਮਾਰਕੀਟ ਚੌਂਕ ਤੋਂ ਲੈ ਕੇ ਮਿੱਡਾ ਚੌਂਕ ਤੱਕ ਇੱਕ ਸੜਕ ਬਣ ਰਹੀ ਆ। ਇਹ ਸੜਕ ਦਾ ਠੇਕਾ ਕਾਰਪੋਰੇਸ਼ਨ ਨੇ ਦਿੱਤਾ ਸੀ ਔਰ ਜਦੋਂ ਸੜਕ ਦਾ ਜਾਇਜ਼ਾ ਲੈਣ ਆਏ ਭਾਰਤ ਭੂਸ਼ਣ ਆਸ਼ੂ ਕੈਬਨਿਟ ਮੰਤਰੀ ਪੰਜਾਬ, ਉਹਨਾਂ ਨੇ ਦੇਖਿਆ ਵੀ ਇਹ ਸੜਕ, ਕਿਉਂਕਿ ਲੋਕਾਂ ਨੇ ਪਹਿਲਾਂ ਕੰਪਲੇਂਟ ਕੀਤੀ ਸੀ ਵੀ ਇਹ ਸੜਕ ਜਿਹੜੀ ਹੈ ਬਿਨਾਂ ਸਫਾਈ ਤੋਂ, ਬਿਨਾਂ ਪੱਥਰਾਂ ਤੋਂ, ਬਿਨਾਂ ਜਿਹੜੀ ਹੈ ਮਿੱਟੀ ਦੀ ਸੜਕ ਤੋਂ ਸਫਾਈ ਕਰਨ ਤੋਂ ਬਗੈਰ ਹੀ ਉੱਤੇ ਲੁੱਕ ਪਾਈ ਜਾ ਰਹੀ ਹੈ ਔਰ ਸੜਕ ਦੀ ਜਿਹੜੀ ਹੈ ਸਿਰਫ ਨਾਮ ਮਾਤਰ ਸੜਕ ਬਣਾਈ ਜਾ ਰਹੀ ਹੈ। ਹਾਲਾਂਕਿ ਲੋਕੀ ਇਹ ਕਹਿੰਦੇ ਬੜੇ ਦੇਰ ਬਾਅਦ ਇਸ ਸੜਕ ਦਾ ਟੈਂਡਰ ਕੱਢਿਆ ਗਿਆ ਸੀ ਔਰ ਹੁਣ ਇਸ ਵੇਲੇ ਖਾਨਾ ਪੂਰਤੀ ਕਰਕੇ ਇਹ ਸੜਕ ਬਣਾਈ ਜਾ ਰਹੀ ਆ। ਦੱਸਿਆ ਜਾ ਰਿਹਾ ਵੀ ਇਹਦੇ ਜਿਹੜੇ ਨੇ ਕੰਸਟਰਕਸ਼ਨ ਕੀਤੀ ਆ, ਇਹ ਐਨਕੇ ਨਾਮ ਦੀ ਕੰਸਟਰਕਸ਼ਨ ਕੰਪਨੀ ਆ, ਜਿਹੜੇ ਬਿਲਡਰ ਨੇ ਉਹਨਾਂ ਨੇ ਸ਼ਾਇਦ ਇਹ ਸੜਕ ਬਣਾਈ ਆ। ਹੁਣ ਤੁਹਾਨੂੰ ਦਿਖਾਉਂਦੇ ਆ ਆਪਣੇ ਕੈਮਰੇ ਰਾਹੀਂ ਇਹ ਸੜਕ ਕਿਉਂ ਪਟਾਈ ਗਈ ਆ। ਸਭ ਤੋਂ ਪਹਿਲਾਂ ਸੜਕ ਦੇ ਦੇਖੋ ਇਹ ਪੱਥਰ ਹੁਣ ਪੈਣਾ ਸ਼ੁਰੂ ਹੋਇਆ ਔਰ ਸੜਕ ਬਣ ਚੁੱਕੀ ਆ। ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਆ ਕੇ ਨਾਲ ਕਾਉਂਸਲਰ ਮਮਤਾ ਆਸ਼ੂ ਨੇ ਆ ਕੇ ਸੜਕ ਨੂੰ ਦੁਬਾਰਾ ਪਟਾ ਦਿੱਤਾ, ਕਿਹਾ ਕਿ ਇਹ ਸੜਕ ਬਿਲਕੁਲ ਸਹੀ ਨਹੀਂ ਬਣੀ। ਤੁਸੀਂ ਦੇਖ ਸਕਦੇ ਹੋ ਹੁਣ ਅੱਜ ਇੱਕ ਦਿਨ ਬਾਅਦ ਜਦੋਂ ਇਹ ਸੜਕ ਪੱਟੀ ਗਈ ਤਾਂ ਇਸ ਤੇ ਸਾਰੇ ਪੱਥਰ ਪਾਏ ਜਾ ਰਹੇ ਨੇ, ਜਦ ਕਿ ਸਭ ਤੋਂ ਪਹਿਲਾਂ ਰੋੜੀ ਪੱਥਰ ਪੈਣੇ ਚਾਹੀਦੇ ਸੀਗੇ। ਸੜਕ ਦੀ ਮੁਰੰਮਤ ਹੋਣੀ ਚਾਹੀਦੀ ਸੀ ਔਰ ਇਹ ਬਿਨਾਂ ਪੱਥਰਾਂ ਤੋਂ, ਬਿਨਾਂ ਥੱਲੇ ਕੰਕਰੀਟ ਪਾਇਆ ਇਹ ਸੜਕ ਬਣਾਈ ਜਾ ਰਹੀ ਸੀ, ਜਿਹੜਾ ਕਿ ਅੱਜ ਸੰਗਿਆਨ ਲਿਆ ਗਿਆ ਕੈਬਨਿਟ ਮੰਤਰੀ ਭਾਰਤ ਭੂਸ਼ਣ ਨੂੰ। ਆ ਤੁਸੀਂ ਦੇਖ ਸਕਦੇ ਹੋ ਸਾਡੇ ਕੈਮਰਾ ਨਾਲ ਹੀ ਹਮੇਸ਼ਾ ਹੀ ਦੇਖਿਆ ਜਾ ਰਿਹਾ ਵੀ ਕਾਰਪੋਰੇਸ਼ਨ ਹੋਵੇ ਚਾਹੇ PWD ਡਿਪਾਰਟਮੈਂਟ ਹੋਵੇ, ਠੇਕੇਦਾਰਾਂ ਨਾਲ ਮਿਲੀ ਭਗਤ ਕਰਕੇ, ਮੈਂ ਇਹ ਨਹੀਂ ਕਹਿੰਦਾ ਵੀ ਸਾਰੇ ਠੇਕੇਦਾਰ ਇਸੇ ਤਰੀਕੇ ਨਾਲ ਹੁੰਦੇ ਆ, ਇਹਨਾਂ ਵਿੱਚ ਕਾਲੀਆਂ ਭੇਡਾਂ ਨੇ ਔਰ ਸਾਰੇ ਅਫਸਰ ਵੀ ਅਸੀਂ ਨਹੀਂ ਕਹਿ ਸਕਦੇ ਵੀ ਭ੍ਰਸ਼ਟ ਹੁੰਦੇ ਨੇ। ਅਫਸਰਾਂ ਵਿੱਚ ਵੀ ਕਾਲੀਆਂ ਭੇਡਾਂ ਨੇ। ਉਹ ਜਿਹੜੀਆਂ ਕਾਲੀਆਂ ਭੇਡਾਂ ਮਿਲ ਜਾਂਦੀਆਂ ਤੇ ਫਿਰ ਐਸੇ ਤਰੀਕੇ ਦਾ ਕੰਮ ਹੁੰਦਾ ਔਰ ਸਰਕਾਰ ਨੂੰ ਚੂਨਾ ਲੱਗਦਾ ਔਰ ਲੋਕਾਂ ਦੇ ਪੈਸੇ ਦਾ ਜਿਹੜਾ ਹੈ ਉਹਦੀ ਬਰਬਾਦੀ ਹੁੰਦੀ ਹੈ। ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਖੜੇ ਨੇ ਇਸ ਕੋਛਰ ਮਾਰਕੀਟ ਦੇ ਪ੍ਰਧਾਨ ਰਿੰਕੂ ਕੋਛਰ ਜੀ, ਜਿਹਨਾਂ ਨਾਲ ਗੱਲ ਕਰਾਂਗੇ। ਹਾਂਜੀ, ਕੀ ਕਹਿਣਾ ਚਾਹੁੰਦੇ ਜੀ? ਸੜਕ ਜਿਹੜੀ ਹੈ ਰਾਤੋਂ ਰਾਤ ਜਿਹੜੀ ਬਣੀ ਹੈ, ਹੁਣ ਦੁਬਾਰਾ ਇਹ ਪਟਾਈ ਵੀ ਗਈ ਹੈ, ਕਿਉਂ ਪਟਾਈ ਗਈ ਹੈ? ਇਹ ਪਟਾਈ ਇਸ ਕਰਕੇ ਗਈ ਹੈ ਜੀ, ਇਹ ਜਿਹੜੇ ਮਾਪਦੰਡ ਸੀਗੇ ਸੜਕ ਬਣਾਉਣ ਦੇ ਵਧੀਆ, ਕਾਫੀ ਸਾਲਾਂ ਬਾਅਦ ਇਹ ਸੜਕ ਸਾਡੇ ਮਾਨਯੋਗ ਸ਼੍ਰੀ ਮੰਤਰੀ ਸਾਹਿਬ ਦੇ ਤੁਸੀਂ ਕਹਿ ਲਓ ਵੀ ਕੋਸ਼ਿਸ਼ਾਂ ਕਰਕੇ ਬਣੀ ਹੈ। ਕਾਫੀ ਸਾਲ ਤੋਂ ਇਹ ਸੜਕ ਬਣੀ ਨਹੀਂ ਸੀ ਤੇ ਉਹਨਾਂ ਦੀ ਇਮਾਨਦਾਰੀ ਬਾਰੇ ਤਾਂ ਤੁਹਾਨੂੰ ਪਤਾ ਸਾਰਾ ਪੰਜਾਬ ਹੀ ਜਿਹੜਾ ਹੈ ਜਾਣਦਾ ਹੈ ਔਰ ਇਸ ਇਲਾਕੇ ਤੋਂ ਮਿੱਟੀ ਤੋਂ ਵਾਕਿਫ ਨੇ। ਤੇ ਕੱਲ ਜਦੋਂ ਇਹ ਥੋੜੀ ਜਿਹੀ ਸੜਕ ਬਣਾਈ ਇਹਨਾਂ ਨੇ, ਪਹਿਲਾਂ ਤਾਂ ਅੱਗੋਂ ਸ਼ੁਰੂਆਤ ਕਰੀ ਤੇ ਕੁਝ ਨਵੀਆਂ ਜਿਹੜਾ ਰੇਨ ਵਾਟਰ ਨੂੰ ਆਪਾਂ ਕੱਢਣ ਵਾਸਤੇ ਨਵੇਂ ਸੀਵਰੇਜ ਦੀਆਂ ਪਾਈਪਾਂ ਪਾਈਆਂ ਸੀਗੀਆਂ, ਉਹਨਾਂ ਤੇ ਬਿਨਾਂ ਗਟਕਾ ਤੇ ਬਿਨਾਂ ਮਟੀਰੀਅਲ ਪਾਏ ਸੜਕ ਉੱਪਰੋਂ ਬਣਾਈ ਜਾ ਰਹੇ ਸਨ। ਤੇ ਇੱਥੋਂ ਸਾਡੇ ਕਾਉਂਸਲਰ ਸਾਹਿਬ ਨੇ ਜਿਹੜੇ ਵਾਰਡ ਨੰਬਰ 68 ਦੇ ਸਰਦਾਰ ਬਲਜਿੰਦਰ ਸਿੰਘ ਬੰਟੀ, ਉਹ ਵੀ ਨਿਕਲੇ। ਫਿਰ ਮਹੱਲੇ ਰੌਲਾ ਪਾਇਆ, ਉਹਨਾਂ ਨੇ ਜਦੋਂ ਦੇਖਿਆ ਵੀ ਇਹ ਕੰਮ ਗਲਤ ਹੋ ਰਿਹਾ ਨੇ ਰੋਕਣ ਦੀ ਕੋਸ਼ਿਸ਼ ਕਰੀ ਔਰ ਉਸ ਤੋਂ ਬਾਅਦ ਸਾਡੇ ਮਾਨਯੋਗ ਮੰਤਰੀ ਸਾਹਿਬ ਆ ਗਏ ਤੇ ਉਹਨਾਂ ਨੇ ਆ ਕੇ ਇਹਨੂੰ ਜਿਹੜਾ ਕਾਰਵਾਈ ਕੀਤੀ। ਜਿਹੜਾ ਠੇਕੇਦਾਰ ਸੀ ਉਹਨੂੰ ਫੋਨ ਕਰਿਆ ਵੀ ਇਹ ਕੰਮ ਗਲਤ ਹੋ ਰਿਹਾ ਤਾਂ ਉਹਨਾਂ ਨੇ ਕੰਮ ਰੁਕਾਇਆ ਔਰ ਕੰਮ ਰੁਕਾਉਣ ਤੋਂ ਬਾਅਦ ਤੇ ਉਹਨਾਂ ਨੇ ਕਾਉਂਸਲਰ ਸਾਹਿਬ ਨੂੰ ਕਿਹਾ ਬਈ ਤੁਸੀਂ ਜਿਹੜਾ ਸੜਕ ਨੂੰ ਪਟਾ ਦਿਓ, ਆਪਦੇ ਆਪ ਜਿਹੜਾ ਖਰਚਾ ਉਹਦੇ ਸਿਰ ਤੇ ਪਊਗਾ, ਇਹਨਾਂ ਨੂੰ ਅਕਲ ਵੀ ਆਊਗੀ। ਤੇ ਜਿਹੜੇ ਅਫਸਰ ਸੀਗੇ, ਇਹ ਕੋਈ ਨਰਿੰਦਰ ਜੀ ਹੈਗੇ ਨੇ ਜੀ ਠੇਕੇਦਾਰ, ਨਰਿੰਦਰ ਜੀ ਨੇ ਠੇਕੇਦਾਰ। ਤੇ ਮਤਲਬ ਕੱਲ ਦਾ ਜਿਹੜਾ ਇਹ ਕੰਮ ਹੋਇਆ ਉਹਦੇ ਨਾਲ ਜਨਤਾ 'ਚ ਘੱਟੋ ਘੱਟ ਇੰਨਾ ਦਾ ਜ਼ੋਰ ਗਿਆ ਵੀ ਸਾਡਾ ਜਿਹੜਾ ਇਲਾਕੇ ਦਾ ਕਾਉਂਸਲਰ ਹੈ ਪਲੱਸ ਸਾਡੇ ਜਿਹੜੇ ਮੰਤਰੀ ਸਾਹਿਬ ਨੇ, ਇਹ ਸਰਕਾਰੀ ਪੈਸੇ ਨੂੰ ਖਰਾਬ ਨਹੀਂ ਹੋਣ ਦੇਣਗੇ।
ਇੱਕ ਬੜਾ ਵਧੀਆ ਜਿਹੜਾ ਮੈਸੇਜ ਜਾਣਾ ਚਾਹੀਦਾ, ਨਾਲੇ ਅਫਸਰਾਂ ਨੂੰ ਵੀ ਪਤਾ ਚੱਲਣਾ ਚਾਹੀਦਾ, ਲੀਡਰ ਵਧੀਆ ਸਾਹਿਬਾਨ ਵਧੀਆ ਹੋਣਗੇ ਤੇ ਨੈਚੁਰਲ ਹੈ ਜੀ ਲੋਕਾਂ 'ਚ ਜਿਹੜਾ ਹੈ ਹੌਸਲਾ ਅਫਜ਼ਾਈ ਤਾਂ ਹੁੰਦੀ ਹੈ। ਨਾਲੇ ਇਹ ਕਾਫੀ ਸਾਲਾਂ ਤੋਂ ਬਾਅਦ ਇਹ ਪੈਸਾ ਤਾਂ ਸਾਡਾ ਲੋਕਾਂ ਦਾ ਹੀ ਹੈ ਜੀ, ਠੀਕ ਹੈ ਜੀ, ਔਰ ਸਾਡੇ ਟੈਕਸ ਦਾ ਹੀ ਪੈਸਾ ਹੈ ਜੀ। ਕੰਪਲੇਂਟ ਤੁਸੀਂ ਕੀਤੀ ਸੀ ਸਾਰਿਆਂ ਨੇ ਰਲ ਕੇ? ਕੰਪਲੇਂਟ ਨੇ ਰਲ ਕੇ ਸਾਰਿਆਂ ਨੇ ਕੀਤੀ ਜੀ। ਉੱਪਰ ਫਿਰ ਕੌਂਸਲਰ ਸਾਹਿਬ ਮੌਕੇ ਤੇ ਜਦੋਂ ਆਏ ਇਹਨਾਂ ਨੇ ਦੇਖਿਆ ਵੀ ਕੰਮ ਗਲਤ ਹੋ ਰਿਹਾ, ਕਿਉਂਕਿ ਕਾਰਵਾਈ ਤਾਂ ਦੇਖੋ ਜੀ ਇੱਕ ਹਾਇਰਾਰਕੀ ਹੁੰਦੀ ਹੈ ਜੀ, ਹੈ ਨਾ, ਹਰੇਕ ਬੰਦੇ ਨੇ ਆਪਦੇ ਹਿਸਾਬ ਨਾਲ ਹੀ ਜਿਹੜਾ ਹੈ ਚੱਲਣਾ ਹੁੰਦਾ ਹੈ। ਤੇ ਉਹਨਾਂ ਨੇ ਫਿਰ ਮਾਨਯੋਗ ਮੰਤਰੀ ਸਾਹਿਬ ਨੂੰ ਫੋਨ ਕਰਿਆ ਤੇ ਮੰਤਰੀ ਸਾਹਿਬ ਆਪਣੀਆਂ ਪੁਰਾਣੀਆਂ ਜਿਵੇਂ ਉਹਨਾਂ ਦਾ ਇੱਕ ਬੜਾ ਵਧੀਆ ਚਰਿੱਤਰ ਹੈ ਉਹ ਭੱਜੇ ਆਉਂਦੇ ਆ ਜੀ। ਦੇਖੋ ਨਹੀਂ ਤਾਂ ਅੱਜ ਕੱਲ੍ਹ ਕਿਹੜਾ ਮੰਤਰੀ ਇੱਥੇ ਚੜ੍ਹ ਕੇ ਆਉਂਦਾ ਜੀ, ਉਹ ਮੰਤਰੀ ਹੋਣ ਦੇ ਬਾਵਜੂਦ ਵੀ ਫਟਾਫਟ ਉਹ ਭੱਜੇ ਆਏ। ਇੱਕ ਸੜਕ ਦਾ ਉਹਨਾਂ ਨੇ ਜਿਹੜਾ ਹੈ ਇੱਕ ਅਫਸਰਾਂ ਤੇ ਕਾਰਵਾਈ ਕਰੀ, ਠੇਕੇਦਾਰ ਤੇ ਕਾਰਵਾਈ ਕਰੀ। ਅੱਜ ਜਿਹੜਾ ਸੰਗਿਆਨ ਲਿਆ ਗਿਆ ਕਾਉਂਸਲਰ ਵੱਲੋਂ ਤੇ ਕੈਬਨਿਟ ਮੰਤਰੀ ਵੱਲੋਂ, ਉਹ ਸ਼ਲਾਘਾਯੋਗ ਆ, ਉਹਨਾਂ ਦੀ ਤਾਰੀਫ ਕਰਦੇ ਆ ਵੀ ਇਹ ਜਿਹੜਾ ਗਲਤ ਕੰਮ ਹੋਣ ਤੋਂ ਬਚ ਗਿਆ। ਮੇਰੇ ਨਾਲ ਹੀ ਪਹੁੰਚ ਚੁੱਕੇ ਨੇ ਸਾਡੇ ਇਸ ਇਲਾਕੇ ਦੇ 68 ਨੰਬਰ ਦੇ ਬੰਟੀ ਜੀ ਕਾਉਂਸਲਰ ਸਾਹਿਬ, ਉਹਨਾਂ ਨਾਲ ਗੱਲ ਕਰਦੇ ਹਾਂ ਜੀ। ਕੀ ਕਹਿਣਾ ਚਾਹੋਗੇ ਸੜਕ ਦਾ ਕਿਸ ਤਰੀਕੇ ਨਾਲ ਇਹ ਰਾਤੋਂ ਰਾਤ ਬਣੀ ਤੇ ਲੋਕਾਂ ਦੀ ਕੰਪਲੇਂਟ ਨਾਲ ਫਿਰ ਪਟਾਈ ਗਈ, ਕਿਉਂ ਇਹ ਪਟਾਈ ਗਈ, ਸਾਰੀ ਗੱਲਬਾਤ? ਐਕਚੁਅਲੀ ਸੜਕ ਬਣਾਉਣ ਦਾ ਇੱਕ ਪ੍ਰੋਸੀਜਰ ਹੈ, ਉਸ ਪ੍ਰੋਸੀਜਰ ਨੂੰ ਫਾਲੋ ਨਹੀਂ ਕੀਤਾ ਜਾ ਰਿਹਾ ਸੀ। ਜਦੋਂ ਕੁਝ ਨਹੀਂ ਕੀਤਾ ਜਾ ਰਿਹਾ ਸੀ, ਜਦੋਂ ਉਹਨਾਂ ਨੇ ਆ ਕੇ ਮੈਨੂੰ ਕੰਪਲੇਂਟ ਕੀਤੀ, ਮੈਂ ਮੌਕੇ ਤੇ ਪਹੁੰਚਿਆ ਤੇ ਜਾ ਕੇ ਦੇਖਿਆ ਕਿ ਉਹ ਗਟਕਾ ਤੇ ਪਾਇਆ ਹੀ ਨਹੀਂ, ਉਹਦੇ ਉੱਪਰ ਮਿੱਟੀ ਦੇ ਉੱਪਰ ਲੁੱਕ ਪਾ ਰਹੇ ਆ। ਤੇ ਮੈਂ ਉਹਨਾਂ ਨੂੰ ਰੋਕਿਆ ਸੁਪਰਵਾਈਜ਼ਰ ਨੂੰ, ਪਰ ਉਹ ਮੈਨੂੰ ਅੱਗੋਂ ਸਮਝਾਉਣ ਲੱਗ ਪਿਆ। ਪਰ ਉਹਦੇ ਬਾਅਦ ਜਦੋਂ ਗੱਲ ਗਾਂਹ ਨੂੰ ਚੱਲੀ, ਮੈਂ ਮੰਤਰੀ ਸਾਹਿਬ ਦੀ ਨੌਲੇਜ 'ਚ ਲਿਆਂਦੀ, ਕਿਉਂਕਿ ਮੈਂ ਖੁਦ ਬਾਏ ਪ੍ਰੋਫੈਸ਼ਨ ਮੇਰੀ ਇੰਜੀਨੀਅਰਿੰਗ ਕੀਤੀ ਹੋਈ ਹੈ। ਤੇ ਮੈਂ ਕਿਹਾ ਵੀ ਇਹ ਗਲਤ ਹੈ, ਤੇ ਫਿਰ ਮੰਤਰੀ ਸਾਹਿਬ ਨੇ ਕਿਹਾ ਕਿ ਇਹਨੂੰ ਤੁਰੰਤ ਪੱਟ ਦਿੱਤਾ ਜਾਏ। ਤੇ ਉਹਨਾਂ ਨੇ ਇਹਦੇ ਬਾਰੇ ਮੌਕੇ ਤੇ ਪਹੁੰਚੇ, ਸਾਡੀ ਵੱਡੀ ਭੈਣ ਮਮਤਾਜ ਜੀ ਮੌਕੇ ਤੇ ਪਹੁੰਚੇ ਤੇ ਉਹਨਾਂ ਨੇ ਇਹਨੂੰ ਤੁਰੰਤ ਪੱਟਣ ਦੇ ਹੁਕਮ ਦਿੱਤੇ। ਇਹ ਕਿੰਨੇ ਲਾਗਤ ਦਾ ਟੈਂਡਰ ਪਾਸ ਹੋਇਆ ਸੀ? ਇਹ ਟੋਟਲ ਜਿਹੜਾ ਸਿਵਲ ਵਰਕ ਔਰ 2 ਜਣਿਆਂ ਕੋਲ ਹੈ, ਇਹ ਸਿਵਲ ਵਰਕ ਤੇ ਲੁੱਕ ਦਾ ਕੰਮ 1 ਕਰੋੜ 2 ਲੱਖ ਰੁਪਏ ਦਾ। ਠੀਕ ਹੈ। ਇਹ ਕੋਸ਼ਰ ਮਾਰਕੀਟ ਚੌਂਕ ਤੋਂ ਮਿੱਡਾ ਚੌਂਕ ਤੱਕ? ਮਿੱਡਾ ਚੌਂਕ ਤੋਂ ਅੱਗੇ ਬੱਸ ਸਟੈਂਡ ਤੱਕ। ਹਾਂਜੀ। ਇਹਦੇ ਵਿੱਚ ਹੁਣ ਤੱਕ ਕੀ ਸਮਝਦੇ ਹੋ ਕਿ ਜਿਹੜਾ ਪਹਿਲਾਂ ਕੰਮ ਕੀਤਾ ਗਿਆ ਸੀ ਅਸਲ 'ਚ ਪਹਿਲਾਂ ਜਿਹੜਾ ਕੰਮ ਕੀਤਾ ਗਿਆ ਸੀ ਪਿਛਲੇ 2 ਦਿਨ ਤੋਂ, ਜੇਈ ਔਰ ਜਿਹੜਾ ਇਹਨਾਂ ਦਾ ਸੁਪਰਵਾਈਜ਼ਰ ਹੈ ਕਾਰਪੋਰੇਸ਼ਨ ਦਾ, ਉਹ ਇੱਥੇ ਸੀਗੇ। ਸਿਰਫ ਕੱਲ ਦਾ ਦਿਨ ਹੀ ਉਹਨਾਂ ਦੀ ਡਿਊਟੀ ਬਾਹਰ ਲੱਗੀ ਔਰ ਕੱਲ ਹੀ ਇਹਨਾਂ ਨੇ ਆਹ ਕੁਝ ਕਰਨਾ ਸ਼ੁਰੂ ਕਰ ਦਿੱਤਾ। ਠੇਕੇਦਾਰ ਕੌਣ ਨੇ? ਐਨਕੇ ਵਗੈਰਾ ਕਹਿੰਦੇ ਦੱਸ ਰਹੇ? ਨਰਿੰਦਰ ਠੇਕੇਦਾਰ ਨੇ, ਐਨਕੇ ਵਾਲੇ। ਕੀ ਕਹਿੰਦੇ ਨੇ ਉਹ, ਕਿਉਂ ਹੋਈ ਹੈ ਨਿਗਾਲੀ ਹੈ? ਕਿਉਂਕਿ ਦੇਖੋ ਉਹਨਾਂ ਦੀ ਗੱਲ ਬੁੱਝ ਕੇ ਨਿਗਾਲੀ ਹੈ ਤੁਹਾਡੇ ਸਾਹਮਣੇ। ਦੇਖੋ ਉਹਨਾਂ ਦੀ ਜਾਣਬੁੱਝ ਕੇ ਵਾਲੀ ਗੱਲ ਇਹ ਆ ਕਿ ਇਹ ਠੇਕੇਦਾਰਾਂ ਦਾ ਕੰਮ ਕਰਨ ਦਾ ਇੱਕ ਤਰੀਕਾ ਹੈ ਕਿ ਇਹਨੂੰ ਲਿੰਬ ਪੋਚ ਕੇ ਗਾਂਹ ਨਿਕਲ ਜਾਓ। ਤੇ ਜੇ ਤੇ ਕੋਈ ਸਾਡੇ ਵਰਗਾ ਜਾਂ ਕੋਈ ਫੜ ਲੇ, ਜਾਂ ਜਿਹੜੇ ਜਾਗਰੂਕ ਲੋਕ ਹੈ ਜਾਂ ਜਾਗਰੂਕ ਮਹੱਲਾ ਵਾਸੀ ਨੇ, ਸਾਡੇ ਪ੍ਰਧਾਨ ਜੀ ਨਾਲ ਖੜੇ ਨੇ, ਇਹਨਾਂ ਵੱਲੋਂ ਕੰਪਲੇਂਟ ਆਈ ਤੇ ਉਹ ਕੰਮ ਤੇ ਫੜਿਆ ਜਾਂਦਾ। ਉਹ ਜੇ ਨਾ ਅਸੀਂ ਬੋਲਦੇ ਤੇ ਇਹ ਐਜ਼ ਇਟ ਹੀ ਇਹਨਾਂ ਨੇ ਚਲੇ ਜਾਣਾ ਸੀ। ਹੁਣ ਜਦੋਂ ਫਿਰ ਦੁਬਾਰਾ ਬਣ ਜਾਏਗੀ, ਇਹਦੀ ਟੈਕਨੀਕਲ ਰਿਪੋਰਟ ਤੁਸੀਂ ਲਓਗੇ? ਬਿਲਕੁਲ ਲਵਾਂਗੇ, ਔਰ ਸਾਰੀ ਜਿਹੜਾ ਸਾਰੀ ਸਥਿਤੀ ਆ ਉਹ ਮੰਤਰੀ ਸਾਹਿਬ ਦੇ ਨੌਲੇਜ 'ਚ ਹੈ, ਹਰ ਚੀਜ਼ ਉਹਨਾਂ ਦੇ ਨੌਲੇਜ 'ਚ ਹੈ। ਉਹ ਜੋ ਵੀ ਹੁਕਮ ਕਰਨਗੇ, ਚਾਹੇ ਉਹ ਕਾਰਪੋਰੇਸ਼ਨ ਦੇ ਅਫਸਰਾਂ ਤੇ ਹੋਏ, ਚਾਹੇ ਉਹ ਠੇਕੇਦਾਰ ਤੇ ਹੋਏ, ਉੱਦਾਂ ਹੀ ਕਾਰਵਾਈ ਕੀਤੀ ਜਾਏਗੀ। ਤੁਸੀਂ ਜਦੋਂ ਵੀ ਇਹ ਸੜਕਾਂ ਜਿਹੜੀ ਵੀ ਤੁਹਾਡੇ ਏਰੀਆ 'ਚ ਬਣਦੀਆਂ, ਆਫਟਰ ਆਲ ਠੇਕੇਦਾਰ ਤੁਹਾਡੀ ਨੌਲੇਜ 'ਚ ਲੈਂਦਾ, ਤੁਹਾਡੀ ਹਾਜ਼ਰੀ 'ਚ ਉਹ ਸੜਕਾਂ ਬਣਦੀਆਂ ਤੇ ਬਿੱਲ ਵੀ ਬਾਅਦ 'ਚ ਤੁਹਾਡੀ ਇੱਕ ਕਿਸਮ ਦੇ ਸਾਈਨ ਵੀ ਹੁੰਦੇ ਨੇ। ਤੇ ਇਸ ਤਰੀਕੇ ਨਾਲ ਹੋਰ ਵੀ ਕਿਤੇ ਠੇਕੇਦਾਰ ਦਾ ਤੁਹਾਡੇ ਕੰਮ ਚੱਲ ਰਿਹਾ ਤੁਹਾਡੇ ਵਾਰਡ 'ਚ? ਸਿਵਲ ਵਰਕ ਚੱਲ ਰਿਹਾ ਜੀ, ਇਹ ਠੇਕੇਦਾਰ ਵੀ ਖਰਾਬ ਕਰ ਰਿਹਾ, ਬਟ ਇਹਦਾ ਇੱਕ ਵੀ ਰਨਿੰਗ ਬਿੱਲ ਮੈਂ ਹੁਣ ਤੱਕ ਬਣ ਨਹੀਂ ਦਿੱਤਾ ਜੀ। ਤੇ ਇਹਦੇ ਕੰਮ ਦੇ ਉੱਪਰ ਆਪ ਖੜੇ ਹੋਏ ਆ। ਤੇ ਕਿਉਂਕਿ ਕਾਰਪੋਰੇਸ਼ਨ ਦਾ ਇੱਕ ਕਲਚਰ ਹੈ, ਉਸ ਕਲਚਰ ਦੇ ਵਿੱਚ ਦੀ ਸਾਨੂੰ ਲੰਘਣਾ ਪੈਣਾ, ਪਰ ਉਹਦੇ ਬਾਵਜੂਦ ਵੀ ਅਸੀਂ ਜਿੰਨਾ ਹੋ ਸਕੇ ਆਪਣੇ, ਕਿਉਂਕਿ ਸਾਡਾ ਪੈਸਾ ਸਾਡੇ ਲੋਕਾਂ ਦਾ ਪੈਸਾ, ਔਰ ਉਸ ਪੈਸੇ ਨੂੰ ਅਸੀਂ ਵੇਸਟ ਨਹੀਂ ਕਰਨ ਦਿੰਦੇ, ਜੋ ਜਿੰਨਾ ਕੁ ਮੈਕਸਿਮਮ ਹੋ ਸਕੇ ਉਸ ਪਾਸੇ ਤੁਰੀਦਾ। ਦੇਖੋ ਕਈ ਵਾਰੀ ਕਾਉਂਸਲਰ ਦੀ ਤੇ ਸਰਕਾਰ ਅਲੱਗ-ਅਲੱਗ ਪਾਰਟੀਆਂ ਤੋਂ ਹੁੰਦੇ ਆ, ਤੁਸੀਂ ਤਾਂ ਸਰਕਾਰ ਵਿੱਚ ਹੋ, ਤੁਸੀਂ ਤੁਹਾਡੀ ਸਰਕਾਰ ਆ, ਤੇ ਫਿਰ ਵੀ ਇਹ ਕਿਉਂ ਇਹ ਕੰਮ ਕਰ ਰਹੇ ਆ? ਕਿਉਂਕਿ ਅਫਸਰਾਂ ਨੂੰ ਤੁਸੀਂ ਹਾਊਸ ਦੇ ਵਿੱਚ ਨਹੀਂ ਉਹਨਾਂ ਦੇ ਧਿਆਨ 'ਚ ਲਿਆਂਦੇ, ਮੇਅਰ ਦੇ ਜਾਂ ਕਾਰਪੋਰੇਸ਼ਨ ਕਮਿਸ਼ਨਰ ਦੇ ਜਾਂ ਮੰਤਰੀਆਂ ਦੇ। ਇਹ ਸਾਰਾ ਇਹਨਾਂ ਅਫਸਰਾਂ ਤੇ ਕੀ ਕਾਰਵਾਈ ਤੁਸੀਂ ਕਰੋਗੇ ਅਗਲੀ ਵਾਰੀ ਜਦੋਂ ਹਾਊਸ ਲੱਗੂਗਾ? ਅਗਲੀ ਵਾਰੀ ਹਾਊਸ ਦੇ ਵਿੱਚ ਮੁੱਦਾ ਚੱਕਾਂਗੇ, ਬਿਲਕੁਲ ਚੱਕਾਂਗੇ, ਔਰ ਸੰਬੰਧਿਤ ਅਫਸਰਾਂ ਤੇ ਸੰਬੰਧਿਤ ਠੇਕੇਦਾਰਾਂ ਤੇ। ਮੇਰਾ ਕੱਲ ਹੀ ਇੱਕ ਠੇਕੇਦਾਰ ਦਾ ਹਜੇ ਪ੍ਰੋਸੈਸ ਚੱਲਿਆ, ਉਹਨੂੰ ਅਸੀਂ, ਉਹ ਪਾਰਕਾਂ ਦਾ ਕੰਮ ਹੈ ਮੇਰਾ ਉਹਦੇ ਕੋਲ, ਉਹਨੂੰ ਅਸੀਂ ਬਲੈਕ ਲਿਸਟ ਕਰਨ ਜਾ ਰਹੇ ਹਾਂ। ਇੱਕ ਚੇਤਾਵਨੀ ਦੇਣਾ ਚਾਹੁੰਦਾ ਉਹਨਾਂ ਠੇਕੇਦਾਰਾਂ ਨੂੰ, ਉਹਨਾਂ ਅਧਿਕਾਰੀਆਂ ਅਵਲੀਕ ਕਰਮਚਾਰੀਆਂ ਨੂੰ ਕਿ ਜੇ ਕੰਮ ਕਰਨਾ ਬਿਲਕੁਲ ਸਹੀ ਢੰਗ ਨਾਲ, ਸਿੱਧੇ ਤਰੀਕੇ ਨਾਲ ਕਰਨਾ ਪੈਣਾ, ਨਹੀਂ ਤੇ ਜੇਕਰ ਦੁਬਾਰਾ ਮੈਨੂੰ ਕੰਮ 'ਚ ਨੁਕਸ ਆਇਆ ਤੇ ਮੈਂ ਦੁਬਾਰਾ ਪੱਟਾਂਗਾ। ਅੱਜ ਸਾਡੇ ਕੋਲ ਪੰਜਾਬ ਸਰਕਾਰ ਦੇ ਭਾਰਤ ਭੂਸ਼ਣ ਆਸ਼ੂ ਜੀ ਮੰਤਰੀ ਜੀ ਖੜੇ ਨੇ। ਇਹਨਾਂ ਨੇ ਆਪ ਸੰਗਿਆਨ ਲੈ ਕੇ, ਇੱਕ ਠੇਕੇਦਾਰ ਨੇ ਸੜਕ ਬਣਾਈ ਸੀ, ਇਹਨਾਂ ਦੇ ਹਲਕੇ ਦੀ ਸੜਕ ਸੀਗੀ,
ਉਹ ਸੜਕ ਦੇ ਵਿੱਚ ਸਪੈਸੀਫਿਕੇਸ਼ਨ ਔਰ ਉਹਦੇ ਨਾਰਮ ਸਹੀ ਨਹੀਂ ਸੀਗੇ। ਉਹ ਸੜਕ ਠੇਕੇਦਾਰ ਦੀ ਜਿਹੜੀ ਹੈ ਉਹ ਇਸ ਵੇਲੇ ਇਹਨਾਂ ਨੇ ਆਪ ਜਾ ਕੇ ਪਟਾਤੀ ਕਿ ਕੋਈ ਐਜ਼ ਪਰ ਸਪੈਸੀਫਿਕੇਸ਼ਨ ਨਹੀਂ ਸੀ। ਅਸੀਂ ਸਿੱਧੀ ਗੱਲ ਕਰਦੇ ਸਾਡੇ ਨਾਲ ਭਾਰਤ ਭੂਸ਼ਣ ਆਸ਼ੂ ਜੀ ਕੈਬਨਿਟ ਤੋਂ ਹੀ ਖੜੇ ਨੇ, ਤੁਹਾਡੇ ਹਲਕੇ 'ਚ ਸੀਗੇ ਜੀ। ਉਹ ਕਹਿੰਦੇ ਜੀ ਕਿਸ ਤਰੀਕੇ ਨਾਲ ਇਹ ਕਾਰਪੋਰੇਸ਼ਨ ਦੇ ਜਿਹੜੇ ਅਫਸਰ ਹੈ ਕਿੱਦਾਂ ਕੰਮ ਕਰ ਰਹੇ, ਕਿ ਉਹਨਾਂ ਦੀ ਨਿਗਰਾਨੀ ਨਹੀਂ ਹੈ ਵੀ ਉਹ ਸਾਰੇ ਮਿੱਟੀ ਵੀ ਨਹੀਂ ਸਾਫ਼ ਕਰਦੇ ਤੇ ਬਗੈਰ ਕੰਕਰੀਟ ਤੋਂ ਪਾਈ ਜਾਂਦੇ ਸੜਕ। ਜਿੱਥੇ ਵੀ ਕੋਈ ਇਹੋ ਜਿਹੀ ਸੜਕ ਬਣੇਗੀ ਨਾ ਉੱਥੇ ਦੇ ਠੇਕੇਦਾਰ ਨੂੰ ਬਖਸ਼ਿਆ ਜਾਣਾ ਹੈ, ਨਾ ਜਿਹੜਾ ਅਫਸਰ ਉਸ ਕੰਮ ਨੂੰ ਕਰਵਾ ਰਿਹਾ ਉਹ ਸਪੇਅਰ ਕੀਤਾ ਜਾਏਗਾ। ਕੱਲ ਤਾਂ ਹਲੇ ਕੰਮ ਸ਼ੁਰੂ ਹੀ ਹੋਇਆ ਸੀਗਾ, ਪਹਿਲਾਂ ਹੀ ਪਕੜ 'ਚ ਆ ਗਿਆ ਤੇ ਉਹ ਸਾਡੇ ਕਾਉਂਸਲਰ ਬਰਜਿੰਦਰ ਬੰਟੀ, ਮਮਤਾ ਆਸ਼ੂ ਜੀ ਨੇ, ਬਾਅਦ 'ਚੋਂ ਮੈਂ ਵੀ ਪਹੁੰਚਿਆ ਸੀ, ਉਹਨਾਂ ਨੇ ਪਹਿਲਾਂ ਹੀ ਪਟਾ ਦਿੱਤੀ ਸੀਗੀ ਤੇ ਇਸ ਵਾਰ ਵਾਰਨਿੰਗ ਦੇ ਦਿੱਤੀ ਗਈ ਹੈ। ਅੱਗੇ ਤੋਂ ਉਹਨਾਂ ਨੂੰ ਸਮਝਾ ਦਿੱਤਾ ਗਿਆ ਇਹੋ ਜਿਹੀ ਕੋਈ ਵੀ ਚੀਜ਼ ਸਾਡੀ ਨਜ਼ਰੀ ਪੈ ਗਈ ਜਿਹਦੇ 'ਚ ਕੁਆਲਿਟੀ ਨਾਲ ਕੰਪਰੋਮਾਈਜ਼ ਕੀਤਾ ਗਿਆ, ਅਸੀਂ ਕਿਸੇ ਨੂੰ ਵੀ ਕਿਸੇ ਵੀ ਹੱਦ ਤੱਕ ਜਾ ਕੇ ਕੋਈ ਸਪੇਅਰ ਨਹੀਂ ਕੀਤਾ ਜਾਏਗਾ, ਉਹਨਾਂ ਤੇ ਐਕਸ਼ਨ ਇਹ ਲਵਾਂਗੇ। ਜਿਹੜੇ ਠੇਕੇਦਾਰ ਇਹਨਾਂ ਦੇ ਹੋਰ ਵੀ ਬੜੇ ਕੰਮ ਚੱਲਦੇ ਰਹੇ ਆ ਤੇ ਉਹ ਕਹਿੰਦੇ ਸਾਨੂੰ ਤਾਂ ਕੋਈ ਡਰ ਨਹੀਂ, ਸਾਡੀ ਤੋਂ ਉੱਪਰ ਤੱਕ ਇਹ ਬੇਈਮਾਨੀ ਗੱਲਾਂ, ਬਹੁਤ ਵੱਡਾ ਸਟੈਪ ਲਿਆ ਕਿਉਂਕਿ ਤੁਹਾਡਾ ਇਲਾਕੇ ਦਾ ਸੀ। ਇਹ ਬੇਈਮਾਨੀ ਗੱਲਾਂ ਹੈ। ਕਿਸੇ ਦੀ ਕਿਸੇ ਜਗ੍ਹਾ ਤੇ ਕੋਈ ਅਪਰੋਚ ਗਿਣੀ ਨਹੀਂ ਜਾਣੀ। ਸਭ ਤੋਂ ਵੱਡੀ ਅਪਰੋਚ ਜਨਤਾ ਦੀ ਅਪਰੋਚ ਹੈ। ਜਨਤਾ ਦਾ ਪੈਸਾ ਜਨਤਾ ਲਈ ਲੱਗਣਾ ਹੈ, ਉਹ ਇੱਕ ਇੱਕ ਪੈਸਾ ਬੜੇ ਟਰਾਂਸਪੇਰੈਂਟ ਤਰੀਕੇ ਨਾਲ ਲੱਗੇਗਾ। ਇਹ ਹਾਊਸ ਦੇ ਵਿੱਚ ਤੁਸੀਂ ਇਹ ਰੱਖੋਗੇ ਹੁਣ ਇਸ ਵੇਲੇ ਇਹਨਾਂ ਤੇ ਐਕਸ਼ਨ ਹਾਂ। ਲਿਆ ਇਹਨਾਂ ਤੇ? ਹਾਂ, ਉਹ ਤਾਂ ਪਾਰਟੀ ਦਿੱਤੀ, ਐਕਸ਼ਨ ਤਾਂ ਹੋ ਹੀ ਗਿਆ, ਉਹਦਾ ਨੁਕਸਾਨ ਤਾਂ ਕਰ ਹੀ ਦਿੱਤਾ। ਅਗਰ ਦੁਬਾਰਾ ਹੋਏਗਾ ਤਾਂ ਠੇਕੇਦਾਰ ਦੇ ਨਾਲ ਨਾਲ ਅਫਸਰ ਤੇ ਵੀ ਅਸੀਂ ਐਕਸ਼ਨ ਲਵਾਂਗੇ। ਇਹ ਸਨ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਜੀ, ਜਿਨ੍ਹਾਂ ਨੇ ਸਾਫ਼ ਤੌਰ ਤੇ ਕਹਿ ਦਿੱਤਾ ਵੀ ਠੇਕੇਦਾਰਾਂ ਦੇ ਨਾਲ ਨਾਲ ਅਫਸਰਾਂ ਤੇ ਵੀ ਐਕਸ਼ਨ ਹੋਏਗਾ ਅਗਰ ਇਸ ਤਰੀਕੇ ਦੀ ਲਾਪਰਵਾਹੀ ਵਰਤੀ ਗਈ ਜਾਂ ਸਰਕਾਰ ਦੇ ਪੈਸੇ ਦਾ ਜਨਤਾ ਦੇ ਪੈਸੇ 'ਚ ਚੂਨਾ ਲਾਇਆ ਗਿਆ। ਕੈਮਰਾਮੈਨ ਬਲਵਿੰਦਰ ਦੇ ਨਾਲ ਰਜੇਸ਼ ਮਹਿਰਾ, ਸਿਟੀ ਹੋਮ ਨਿਊਜ਼, ਲੁਧਿਆਣਾ।